ਬਣ ਦੁਨੀਆ ਦਾ ਚਾਕਰ ਜਿੰਨੇ ਜਿੰਨੇ ਕਰੀ ਕਮਾਈ ਊ, ਲੁਟਾ ਗਏ ਸਰਮਾਇਆ ਉਮਰਾਂ ਦਾ ਨਾ ਖਾਤੇ ਸਾਈਂ ਦੇ ਭਾਈ ਊ। ਹਸ਼ਰ ਦਿਹਾੜੇ ਆ ਕੱਲਿਆਂ ਹੋਣਾ ਨਾ ਭਰਨੀ ਕਿਸੇ ਗਵਾਈ ਊ। ਹੁਣ ਵੀ ਦਮ ਹਜੂਰ ਦੇ ਨਾਂ ਦਾ ਭਰ ਲਾ, ਉਮਰ ਜਿੰਨੀ ਤੇਰੀ ਬਚੀ ਬਚਾਈ ਊ। ਨਾ ਉਹਨੂੰ ਡਰ ਖੌਫ ਤੇ ਸਹਿੰਸੇ ਰਹਿੰਦੇ, ਦੀਪ ਜਿੰਨੇ ਜਿੰਦ ਸਾਹਿਬ ਦੇ ਲੇਖੇ ਲਾਈ ਊ, ਜਿੰਨੇ ਜਿੰਦ ਸਾਹਿਬ ਦੇ ਲੇਖੇ ਲਾਈ ਊ। ਤੂੰ ਸਤ ਅਖੰਡ ਜੋਤ ਚੈਨਲ 'ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਦਰਸ਼ਕ ਕਰਨਾ ਜੀ ਪ੍ਰਵਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਦਾ ਜੋ ਸੁਗੜ ਵਿਚਾਰ ਹੈ ਉਹ ਹੈ ਚਾਕਰ। ਉਹ ਜਿਹੜਾ ਦੂਰ ਫਲਾਣਾ ਬੰਦਾ ਖੜਾ ਏ ਉਹ ਨੌਕਰ ਏ। ਕਿਸੇ ਵੀ ਮੁਲਾਜ਼ਮ ਜਾਂ ਕਰਮਚਾਰੀ ਨੂੰ ਸੁਭਾਵਕ ਹੀ ਬੋਲਾਂ ਦੁਆਰਾ ਬੋਲ ਇਹ ਕਹਿ ਦਿੱਤਾ ਜਾਂਦਾ ਏ ਉਹ ਤੇ ਚੰਗੀ ਨੌਕਰੀ ਕਰਦਾ ਏ। ਅੱਜ ਅਸੀਂ ਵਿਚਾਰ ਦੇ ਜਿਸ ਮੁੱਦੇ 'ਤੇ ਵਿਚਾਰ ਵਟਾਂਦਰਾ ਕਰਨ ਜਾ ਰਹੇ ਹਾਂ ਉਹ ਵਿਸ਼ੇਸ਼ ਤੌਰ 'ਤੇ ਇਹੀ ਹੈ ਜਿਸ ਨੂੰ ਅਸੀਂ ਨੌਕਰ, ਚਾਕਰ, ਸੇਵਕ, ਦਾਸ, ਗੋਲੇ ਆਦਿ ਸ਼ਬਦਾਂ ਦੁਆਰਾ ਜਾਣਦੇ ਹਾਂ। ਜੇ ਵੇਖਿਆ ਜਾਵੇ ਤਾਂ ਇੱਥੇ ਹਰ ਬੰਦਾ ਚਾਕਰ ਹੈ, ਪਰ ਆਪਾਂ ਮੰਨਦੇ ਨਹੀਂ, ਕਿਉਂਕਿ ਕੋਈ ਵੀ ਆਪਣਾ ਕਾਰੋਬਾਰ ਧੰਦਾ ਸ਼ੁਰੂ ਕਰ ਕਹਿ ਦਿੰਦਾ ਹੈ ਕਿ ਇਹ ਮੇਰਾ ਬਿਜ਼ਨਸ, ਮੇਰੀ ਪ੍ਰੋਪਰਟੀ ਹੈ। ਪਰ ਜਰਾ ਧਿਆਨ ਦਿਆਂਗੇ ਤਾਂ ਪਤਾ ਲੱਗੇਗਾ ਕਿ ਚਾਹੇ ਕੋਈ ਕਿੰਨਾ ਹੀ ਵੱਡਾ ਬਿਜ਼ਨਸਮੈਨ ਹੀ ਕਿਉਂ ਨਾ ਹੋਵੇ, ਪਰ ਕਿਤੇ ਨਾ ਕਿਤੇ ਆਪਣੇ ਘਰ ਪਰਿਵਾਰ ਦਾ ਤਾਂ ਚਾਕਰ ਹੀ ਹੁੰਦਾ ਹੈ, ਕਿਉਂਕਿ ਸਭ ਕੁਝ ਉਹਨਾਂ ਲਈ ਕਰਦਾ ਹੈ। ਹੁਣ ਸਰਕਾਰੀ ਨੌਕਰੀ ਕਰਨ ਵਾਲੇ ਦੇ ਨਾਲ ਵੀ ਨੌਕਰ ਲੱਗਿਆ ਹੁੰਦਾ ਹੈ। ਇਸ ਸੰਸਾਰ ਦੇ ਸੰਸਾਰੀ ਕਿੱਤਿਆਂ ਦੀ ਚੇਨ ਹੀ ਐਸੀ ਬਣੀ ਹੈ ਕਿ ਜਿੱਥੇ ਵੀ ਕੋਈ ਕੰਮ ਕਰਦਾ ਹੈ, ਭਾਵੇਂ ਘਰ ਭਾਵੇਂ ਬਾਹਰ, ਸਭ ਚਾਕਰ ਹੀ ਨੇ। ਉਹ ਭਾਵੇਂ ਘਰ ਦੀ ਗ੍ਰਹਿਣੀ ਹੀ ਕਿਉਂ ਨਾ ਹੋਵੇ, ਸਵੇਰ ਤੋਂ ਲੈ ਸ਼ਾਮ ਤੱਕ ਘਰ ਦਾ ਕੰਮ ਕਰਕੇ ਚਾਕਰੀ ਹੀ ਤਾਂ ਕਰਦੀ ਹੈ, ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ। ਚਾਕਰ ਦਾ ਮਤਲਬ ਕੀ ਹੈ? ਕੰਮ ਕਰਨਾ। ਪਰ ਜੇ ਕੋਈ ਚਾਕਰ ਨਾ ਬਣੇ ਤਾਂ ਇੱਥੇ ਰੋਟੀ ਨਸੀਬ ਨਹੀਂ ਹੁੰਦੀ, ਜੀਵਨ ਨਿਰਬਾਹ ਨਹੀਂ ਹੁੰਦਾ। ਇਸ ਚਲਾਏਮਾਨ ਲੋਕ ਦਾ ਲੈਵਲ ਹੀ ਇੱਕ ਦੂਜੇ ਨੂੰ ਚਾਕਰ ਸਮਝਣਾ ਹੈ, ਜਿਸ ਵਿੱਚ ਟੋਟਲ ਸਭ ਚਾਕਰ ਹਨ। ਪਰ ਚਾਕਰ ਦਾ ਰੁਤਬਾ ਸਮਾਜ ਵਿੱਚ ਕੁਝ ਖਾਸ ਨਹੀਂ, ਬਸ ਵੇਖਣ ਦਾ ਨਜ਼ਰੀਆ ਹੈ। ਜੇ ਕੋਈ ਭੈਣਾਂ ਵੀਰ ਘਰਾਂ 'ਚ ਕੰਮ ਕਰਨ ਆਉਂਦੇ ਨੇ ਤੇ ਉਹਨਾਂ ਨੂੰ ਕੋਈ ਚੰਗੀ ਨਿਗਾਹ ਨਾਲ ਨਹੀਂ ਦੇਖਿਆ ਜਾਂਦਾ। ਫਰਜ਼ ਤਾਂ ਬੰਦੇ ਦਾ ਵੈਸੇ ਬਣਦਾ ਹੈ ਕਿ ਜਿਹੜਾ ਕੰਮ ਇਹ ਖੁਦ ਕਰਨਾ ਪਸੰਦ ਨਹੀਂ ਕਰਦਾ, ਉਹ ਉਸ ਦਾ ਉਹ ਕੰਮ ਕਰ ਰਿਹਾ ਹੈ, ਫਿਰ ਤਾਂ ਸੁਭਾਵਕ ਹੀ ਉਹਦੀ ਇੱਜ਼ਤ ਕਰਨੀ ਬਣਦੀ ਹੈ, ਜੋ ਅਸੀਂ ਨਹੀਂ ਕਰਦੇ, ਕਿਉਂਕਿ ਇੱਕ ਚਾਕਰ ਨੂੰ ਹਮੇਸ਼ਾ ਇੱਥੇ ਹੀਣ ਭਾਵਨਾ ਨਾਲ ਹੀ ਵੇਖਿਆ ਜਾਂਦਾ ਹੈ। ਪਰ ਇਸ ਜਹਾਨ ਦੀ ਕੁੱਲ ਜਨਤਾ ਚਾਕਰ ਦੇ ਅਹੁਦੇ 'ਤੇ ਸੁਸ਼ੋਭਿਤ ਹੈ। ਕੋਈ ਕਿਸੇ ਨੂੰ ਚਾਕਰ ਮੰਨਦਾ ਹੈ, ਕੋਈ ਕਿਸੇ ਨੂੰ। ਜਰਾ ਜਿਹੜਾ ਵੱਡਾ ਚਾਕਰ ਹੈ ਉਹ ਆਕੜ ਖੋਰ ਬਣ ਜਾਂਦਾ ਹੈ ਤੇ ਛੋਟੇ ਚਾਕਰ ਦੀ ਕੋਈ ਚੱਲਦੀ ਨਹੀਂ। ਬਸ ਗੱਲ ਤੇ ਇੰਨੀ ਕੁ ਹੈ। ਹੁਣ ਇੱਕ ਬੌਸ ਆ, ਇੱਕ ਉਹਦੇ ਥੱਲੇ ਕੰਮ ਕਰਦਾ ਏ ਤੇ ਇੱਕ ਸਭ ਤੋਂ ਥੱਲੇ ਪੀਅਨ ਆ, ਫਿਰ ਉਹਦੀ ਤੇ ਸਭ ਤੋਂ ਘੱਟ ਵੈਲਿਊ ਹੋ ਗਈ। ਪਰ ਇੱਕ ਚਾਕਰੀ ਐਸੀ ਹੈ ਜੇ ਉਸ ਇੱਕ ਦੇ ਚਾਕਰ ਹੋਈਏ ਤੇ ਬੜੇ ਵੱਡੇ ਰੁਤਬੇ ਨਾਲ ਨਿਵਾਜੇ ਜਾਈਦਾ ਹੈ, ਤੇ ਨਾ ਹੀ ਫਿਰ ਚਾਕਰੀ ਕੀਤੀ ਨਿਹਫਲ ਜਾਂਦੀ ਹੈ ਸੰਸਾਰੀ ਚਾਕਰੀ ਵਾਂਗ, ਤੇ ਨਾ ਹੀ ਮਾਣ ਘਟਦਾ ਹੈ। ਫਿਰ ਕਿਉਂ ਇਸ ਜਗਤ ਦੀ ਤਕਰੀਬਨ ਕੁੱਲ ਆਵਾਮ ਗੋਲੇ ਬਣ, ਚਾਕਰ ਬਣ ਜੀਵਨ ਬਸਰ ਕਰਦੀ ਪਈ ਹੈ? ਉਹਨਾਂ ਸਭ ਨੂੰ ਹਕੀਕਤ ਤੋਂ ਜਾਣੂ ਕਰਵਾਉਣ ਲਈ ਤਾਂ ਪਹਿਲੇ ਪਾਤਸ਼ਾਹ ਫਰਮਾਨ ਕਰ ਸਮਝਾਉਂਦੇ ਹਨ ਕਿ ਅਬੇ ਤਬੇ ਕੀ ਚਾਕਰੀ ਕਿਉਂ ਦਰਗਹਿ ਪਾਵੈ, ਪੱਥਰ ਕੀ ਬੇੜੀ ਜੇ ਚੜ੍ਹੈ ਪਰ ਨਾਲ ਬੁਢਾਵੈ। ਭਰਮ 'ਚ ਪਏ ਇਨਸਾਨ ਨੂੰ ਦੱਸਦੇ ਨੇ ਕਿ ਐਵੇਂ ਜਣੇ ਖਣੇ ਦੀ ਚਾਕਰੀ ਕਰ, ਤੂੰ ਆਪ ਦੇ ਨਿੱਜ ਘਰ ਕਦਾਚਿਤ ਪਹੁੰਚ ਨਹੀਂ ਕਰ ਸਕਦਾ, ਕਿਉਂਕਿ ਸਭ ਦੀ ਚਾਕਰੀ ਕਰਨਾ, ਖੁਸ਼ਾਮਦ ਕਰਨਾ ਇਉਂ ਹੈ ਜਿਵੇਂ ਖੁਦ ਪੱਥਰ ਦੀ ਬੇੜੀ 'ਚ ਸਵਾਰ ਹੋ ਭਵਜਲ ਰੂਪ ਸਮੁੰਦਰ ਵਿੱਚ ਡੁੱਬ ਜਾਣਾ। ਪਰ ਸਾਡੇ ਵਿੱਚੋਂ ਕੁਝ ਸੁਭਾਗੀਆਂ ਰੂਹਾਂ ਐਸੀਆਂ ਨੇ ਜੋ ਸੋਚਦੀ ਵਿਰਾਟਤਾ ਹਾਸਲ ਕਰ ਉਸ ਕਰਮ ਨੂੰ ਅੰਜਾਮ ਦਿੰਦੀਆਂ ਨੇ ਜਿਸ ਨੂੰ ਦੇਣਾ ਚਾਹੀਦਾ ਸੀ। ਫਿਰ ਉਹਨਾਂ ਦੀ ਸਲਾਹਨਾ ਵਿੱਚ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਨੇ ਕਿ ਇੱਕ ਖੜੇ ਕਰੇ ਤੇਰੀ ਚਾਕਰੀ, ਬਿਨ ਨਾਵੈ ਹੋਰ ਨਾ ਪਾਇਆ। ਫਿਰ ਜੋ ਸਮੂਲ ਪੁਰਖ ਸਤਿਪੁਰਖ ਪਿਤਾ ਜੀ ਦੇ ਚਾਕਰ ਬਣਨ ਨੇਕ ਕਰਮ ਦੀ ਕਮਾਈ ਕਰਦੇ ਨੇ, ਕਹਿੰਦੇ ਨੇ ਫਿਰ ਰਾਜੇ ਮਹਾਰਾਜੇ ਵੀ ਉਹਨਾਂ ਅੱਗੇ ਝੁਕ ਸਲਾਮ ਕਰਦੇ ਨੇ। ਇੱਥੇ ਚਾਕਰ ਚਾਹੇ ਅਮੀਰ ਹੋਵੇ ਚਾਹੇ ਗਰੀਬ, ਸਭ ਨੂੰ ਅਪਮਾਨ ਸਹਿਣਾ ਪੈਂਦਾ ਹੈ। ਪਰ ਪੰਚਮ ਪਾਤਸ਼ਾਹ ਤਾਂ ਫਰਮਾਨ ਕਰਦੇ ਨੇ, ਪ੍ਰਭ ਕੇ ਚਾਕਰ ਸੇ ਭਲੇ
ਨਾਨਕ ਤਿੰਨ ਮੁਖ ਉਜਲ ਹੈ ਕਿ ਉਹਨਾਂ ਦੇ ਮੁਖ ਸਦਾ ਉਜਲ ਰਹਿੰਦੇ ਨੇ, ਉਹਨਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਫਿਰ ਸਮਝ ਲਈਏ ਕਿ ਮਾਇਆਵੀ ਲੋਕ ਦੀ ਚਾਕਰੀ ਕੈਸੀ ਹੈ। ਭਾਵੇਂ ਕੋਈ ਤਾਂ ਉਮਰ ਈਮਾਨ ਰੱਖ ਕੰਮ ਕਰਦਾ ਹੋਵੇ, ਪਰ ਕਈ ਵਾਰ ਕੀਤੀ ਕਤਰੀ ਪਲਾਂ 'ਚ ਖੂਹ ਵਿੱਚ ਪੈ ਜਾਂਦੀ ਹੈ ਜਦ ਮਾਲਕ ਕਿਸੇ ਗਲਤਫਹਿਮੀ ਦਾ ਸ਼ਿਕਾਰ ਹੋ ਜਾਵੇ। ਇੱਕ ਮਾਂ ਬਾਪ ਦੀ ਬੱਚਿਆਂ ਪ੍ਰਤੀ ਕੀਤੀ ਚਾਕਰੀ ਉਦੋਂ ਖੂਹ 'ਚ ਪੈ ਜਾਂਦੀ ਹੈ ਜਦ ਆਪਣੀ ਔਲਾਦ ਆਪਣੇ ਮਾਪਿਆਂ ਨੂੰ ਧੱਕੇ ਦੇ ਘਰੋਂ ਬਾਹਰ ਕੱਢਦੀ ਹੈ। ਪਰ ਸਮਾਂ ਬੀਤ ਜਾਣ ਤੋਂ ਬਾਅਦ ਇਸ ਲੋਕ ਦੀ ਕੀਤੀ ਚਾਕਰੀ ਦੇ ਬਾਵਜੂਦ ਬੰਦਾ ਖਾਲੀ ਹੱਥ ਰੁਕਸੇ 'ਤੇ ਪਾਉਂਦਾ ਹੈ ਇਸ ਜਹਾਨ ਤੋਂ। ਫਿਰ ਜਾਗਰਤੀ ਦੇ ਵਿਹੜੇ ਵੜ ਇਸ ਹਕੀਕਤ ਨੂੰ ਬੁੱਝ ਲਈਏ ਕਿ ਪਾਰਸ ਲੋਹੇ ਨੂੰ ਸੋਨਾ ਕਰ ਸਕਦਾ ਹੈ, ਪਰ ਪਾਰਸ ਨਹੀਂ ਕਰ ਸਕਦਾ। ਸੋ ਆਓ ਫਿਰ ਉਸ ਮਾਲਕ ਦੇ ਚਾਕਰ ਬਣੀਏ ਜੋ ਆਪਣਾ ਹੀ ਰੂਪ ਕਰ ਲੈਂਦਾ ਹੈ, ਜਿਹਦੀ ਕੀਤੀ ਚਾਕਰੀ ਕਦੇ ਵਿਅਰਥ ਨਹੀਂ ਜਾਂਦੀ, ਜਿਹਦੀ ਚਾਕਰੀ ਕੀਤਿਆਂ ਬੰਦੇ ਦਾ ਸਾਰੇ ਪਾਸਿਓਂ ਸਰ ਜਾਂਦਾ ਹੈ। ਫਿਰ ਉਸ ਨੂੰ ਕਿਤੇ ਵੀ ਕੋਈ ਪੁੱਛ ਗਿੱਛ ਨਹੀਂ, ਚਾਕੈ ਦਫ਼ਤਰ ਪੁਛੇ ਨਾ ਲੇਖਾ, ਤਾਕੀ ਚਾਕਰੀ ਕਰੋ ਬਸੇਖਾ। ਉਸ ਬੇਅੰਤ ਪੁਰਖ ਦੀ ਚਾਕਰੀ ਕਰੀਏ ਜਿਸ ਦੇ ਚਾਕਰ ਬਣਿਆ ਸਭ ਸਹਿੰਸੇ ਸਭ ਡਰ ਦੂਰ ਹੋ, ਜੀਵਨ ਸਫਲਾ ਹੋ ਜਾਵੇ। ਮਤ ਸੋਚੀਏ ਕਿ ਜੇ ਸਾਡੇ ਕੋਲ ਬਹੁਤ ਟਾਈਮ ਹੈ, ਕੀ ਪਤਾ ਅਗਲਾ ਸਾਹ ਹੀ ਆਖਰੀ ਸਾਹ ਹੋਵੇ। ਫਿਰ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਵਿਰਾਟਤਾ ਦੇ ਉਸ ਸੋਮੇ ਨਾਲ ਭਾਵ ਪਦਮ ਪਿਤਾ ਸਤ ਪਿਤਾ ਜੀ ਨਾਲ ਸਾਂਝ ਪਾ ਉਸ ਬੇਅੰਤ ਹਸਤੀ ਦੇ ਚਾਕਰ ਬਣੀਏ ਜੋ ਆਪਣੇ 'ਚ ਹੀ ਅਭੇਦ ਕਰ ਲਵੇ, ਤਾਂ ਕਿ ਦੁਬਾਰਾ ਸੰਸਾਰ ਦੀ ਚਾਕਰੀ ਨਾ ਕਰਨੀ ਪਵੇ ਤੇ ਸਦੀਵੀ ਜੀਵਨ ਨੂੰ ਹਾਸਲ ਕਰ ਲਈਏ। ਜਾ ਕੇ ਕਾਮ ਹੋਵੇ ਤੂੰ ਅਮਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।